ਪਿਆਰੀ ਸਾਧ ਸੰਗਤ ਜੀ, ਭਾਈ ਜੋਗਾ ਸਿੰਘ ਦੇ ਮਾਂ-ਬਾਪ ਪਿਸ਼ਾਵਰ ਦੇ ਰਹਿਣ ਵਾਲੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਤੇ ਸਿੱਦਕੀ ਸਿੱਖਾਂ ਵਿੱਚੋਂ ਸਨ। ਉਹਨਾਂ ਦੇ ਘਰ ਇੱਕ ਪੁੱਤਰ ਹੋਇਆ। ਉਸ ਪੁੱਤਰ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਘਰ ਦੀ ਸੇਵਾ ਕਰਦੇ ਰਹੇ। ਸੇਵਾ ਕਰਦਿਆਂ ਹੋਇਆਂ ਉਹਨਾਂ ਨੂੰ ਚੋਖਾ ਚਿਰ ਹੋ ਗਿਆ। ਅਨੰਦਪੁਰੀ ਵਿੱਚੋਂ ਆਉਣ ਨੂੰ ਚਿੱਤ ਨਾ ਕੀਤਾ। ਜਦੋਂ ਕਾਕਾ ਜੋਗਾ ਤਕੜਾ ਹੋ ਗਿਆ, ਤੋਤਲੀ ਜ਼ੁਬਾਨ ਨਾਲ ਗੱਲਾਂ ਕਰਨ ਲੱਗ ਪਿਆ, ਤਾਂ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਕ ਜੋਗੇ ਨੂੰ ਪੁੱਛਿਆ, ਕਾਕਾ ਤੇਰਾ ਨਾਮ ਕੀ ਹੈ? ਕਾਕੇ ਜੋਗੇ ਨੇ ਉੱਤਰ ਦਿੱਤਾ, ਗੁਰੂ ਜੀ ਮੇਰਾ ਨਾਮ ਜੋਗਾ ਹੈ। ਗੁਰੂ ਜੀ ਦਾ ਦੂਜਾ ਸਵਾਲ ਸੀ, ਕਿਸ ਜੋਗਾ? ਕਾਕੇ ਜੋਗੇ ਨੇ ਉੱਤਰ ਦਿੱਤਾ, ਸਤਿਗੁਰੂ ਜੀ ਮੈਂ ਆਪ ਜੋਗਾ ਹਾਂ। ਇਹ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਬਚਨ ਕੀਤਾ, ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ। ਅਤੇ ਕਿਹਾ ਕਿ ਅਸਾਂ ਤੈਨੂੰ ਤੇਰੇ ਮਾਪਿਆਂ ਨਾਲ ਜਾਣ ਨਹੀਂ ਦੇਣਾ। ਕਾਕੇ ਜੋਗੇ ਨੇ ਕਿਹਾ, ਨਾ ਜਾਣ ਦਿਓ ਜੀ, ਮੈਂ ਇੱਥੇ ਰਹਾਂਗਾ, ਸੇਵਾ ਕਰਾਂਗਾ ਤੇ ਖੇਡਾਂਗਾ। ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ। ਜੋਗੇ ਦੇ ਮਾਂ-ਬਾਪ ਕਾਰੋਬਾਰੀ ਸਿੱਖ ਸਨ। ਬਹੁਤ ਚਿਰ ਘਰੋਂ ਆਇਆ ਨੂੰ ਹੋ ਗਿਆ ਸੀ। ਜੋ ਕੁਝ ਕਮਾ ਕੇ ਲਿਆਏ ਸਨ, ਉਹ ਗੁਰਾਂ ਦੀ ਸੇਵਾ ਵਿੱਚ ਰਹਿ ਕੇ ਖਰਚ ਕਰ ਦਿੱਤਾ। ਉਹਨਾਂ ਦੀ ਇੱਛਾ ਹੋਈ ਕਿ ਉਹ ਪਿੱਛੇ ਮੁੜ ਜਾਣ ਤੇ ਧਰਮ ਕਿਰਤ ਕਰਨ। ਕੁਝ ਚਿਰ ਕਮਾਈ ਕਰਕੇ ਮੁੜ ਗੁਰਾਂ ਦੇ ਦਰਸ਼ਨ ਕਰਨ ਆ ਜਾਣਗੇ। ਗੁਰੂ ਜੀ ਕੋਲੋਂ ਆਗਿਆ ਹਾਸਲ ਕਰਕੇ ਵਾਪਸ ਜਾਣ ਲਈ ਤਿਆਰ ਹੋ ਪਏ। ਫਿਰ ਵੀ ਉਹ ਬੱਚੇ ਦੇ ਮਾਂ-ਬਾਪ ਸਨ। ਪਿਆਰ ਨੇ ਖਿੱਚ ਪਾਈ। ਇੱਕ ਵਾਰ ਪੁੱਤਰ ਨੂੰ ਮਿਲੇ ਤੇ ਘੁੱਟ-ਘੁੱਟ ਕੇ ਸੀਨੇ ਨਾਲ ਲਾਇਆ, ਨਾਲ ਚੱਲਣ ਵਾਸਤੇ ਆਖਿਆ। ਪਰ ਸਿੱਦਕੀ ਸਿੱਖ ਭਾਈ ਜੋਗੇ ਨੇ ਸਤਿਗੁਰੂ ਜੀ ਨੂੰ ਬਚਨ ਦਿੱਤਾ ਹੋਇਆ ਸੀ, ਉਹ ਆਪਣੇ ਬਚਨ ਤੋਂ ਨਹੀਂ ਸੀ ਫਿਰਨਾ ਚਾਹੁੰਦਾ, ਭਾਵੇਂ ਉਸ ਦੀ ਉਮਰ ਬਾਲੜੀ ਸੀ। ਪਿਆਰ ਦੇ ਕੇ ਭਾਈ ਜੋਗੇ ਦੇ ਮਾਂ-ਬਾਪ ਸੰਗਤ ਨਾਲ ਪਿਸ਼ਾਵਰ ਚਲੇ ਗਏ। ਭਾਈ ਜੋਗਾ ਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਰਿਹਾ। ਕਾਕਾ ਜੋਗਾ ਜਦੋਂ ਜਵਾਨ ਹੋ ਗਿਆ, ਮੁੱਛ ਫੁੱਟ ਆਈ, ਦਾੜੀ ਅਜੇ ਨਹੀਂ ਸੀ ਉਤਰੀ, ਬਹੁਤ ਸੁੰਦਰ ਜਵਾਨ ਨਿਕਲਿਆ। ਸੱਚੇ ਗੁਰੂ ਜੀ ਨੇ ਵਿਸਾਖੀ ਦੇ ਸਮੇਂ ਅੰਮ੍ਰਿਤ ਛਕਾ ਕੇ ਜੋਗੇ ਦੀ ਥਾਂ ਜੋਗਾ ਸਿੰਘ ਬਣਾ ਦਿੱਤਾ। ਘੋੜ ਸਵਾਰੀ ਸਿੱਖੀ। ਉਸ ਸਮੇਂ ਦੇ ਜੰਗ ਵਿੱਚ ਜਿੰਨੇ ਹਥਿਆਰ ਵਰਤੇ ਜਾਂਦੇ ਸਨ, ਉਹਨਾਂ ਹਥਿਆਰਾਂ ਦੇ ਚਲਾਉਣ ਦੀ ਜਾਚ ਸਿੱਖੀ। ਉਹ ਨੇਕ ਸੇਵਾਦਾਰ ਅਤੇ ਚੰਗਾ ਲੜਾਕਾ ਸਿਪਾਹੀ ਬਣ ਗਿਆ। ਮਾਂ-ਬਾਪ ਦੀ ਵੱਡੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਪੁੱਤਰ ਵਿਆਹਿਆ ਜਾਵੇ। ਭਾਈ ਜੋਗਾ ਸਿੰਘ ਦੇ ਮਾਂ-ਬਾਪ ਨੂੰ ਬਹੁਤ ਚਾਅ ਸੀ ਜੋਗਾ ਸਿੰਘ ਦਾ ਵਿਆਹ ਕਰਨ ਦਾ। ਉਹਨਾਂ ਨੇ ਸੁਸ਼ੀਲ ਤੇ ਸੁੰਦਰ ਹਾਂ ਦੀ ਕੁੜੀ ਲੱਭ ਕੇ ਵਿਆਹ ਕਰਨ ਦੀ ਪੱਕੀ ਸਲਾਹ ਕਰਕੇ ਗੁਰੂ ਜੀ ਨੂੰ ਇੱਕ ਖੱਤ ਲਿਖ ਦਿੱਤਾ। ਉਸ ਖੱਤ ਵਿੱਚ ਗੁਰੂ ਜੀ ਨੂੰ ਲਿਖਿਆ, ਦਾਤਾ ਜੀ ਕਿਰਪਾ ਦਇਆ ਕਰਕੇ ਆਪਣੇ ਸਿੱਖ ਜੋਗਾ ਸਿੰਘ ਨੂੰ ਪਸ਼ਾਵਰ ਭੇਜ ਦਿਓ। ਇਹਨਾਂ ਦਾ ਵਿਆਹ ਕਰਨਾ ਹੈ। ਵਿਆਹ ਦੇ ਪਿੱਛੋਂ ਛੇਤੀ ਹੀ ਆਪ ਦੇ ਚਰਨਾਂ ਵਿੱਚ ਪਹੁੰਚ ਜਾਵੇਗਾ। ਗੁਰੂ ਜੀ ਨੇ ਇਹ ਖੱਤ ਪੜ੍ਹ ਕੇ ਉਸੇ ਵੇਲੇ ਭਾਈ ਜੋਗਾ ਸਿੰਘ ਨੂੰ ਆਪਣੇ ਕੋਲ ਸੱਦਿਆ ਅਤੇ ਉਸਦੇ ਮਾਂ-ਬਾਪ ਦਾ ਸੁਨੇਹਾ ਦਿੱਤਾ। ਸੁਨੇਹਾ ਸੁਣਦੇ ਸਾਰ ਹੀ ਉਸ ਨੂੰ ਖੁਸ਼ੀ ਵੀ ਹੋਈ ਤੇ ਉਦਾਸੀ ਵੀ। ਖੁਸ਼ੀ ਇਸ ਗੱਲ ਦੀ ਸੀ ਕਿ ਆਪਣੇ ਵਤਨ ਜਾ ਕੇ ਮਾਤਾ-ਪਿਤਾ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਮਿਲੇਗਾ, ਪਰ ਉਦਾਸੀ ਇਸ ਗੱਲ ਦੀ ਸੀ ਕਿ ਸੱਚੇ ਸਤਿਗੁਰੂ ਦੀ ਹਜ਼ੂਰੀ ਵਿੱਚੋਂ ਦੂਰ ਚਲਿਆ ਜਾਵੇਗਾ। ਗੁਰਾਂ ਦੇ ਦਰਸ਼ਨ ਨਹੀਂ ਹੋਣੇ। ਦਰਸ਼ਨ ਕੀਤੇ ਬਿਨਾਂ ਜਿਉਣਾ ਕਠਿਨ ਸੀ। ਖੈਰ ਗੁਰੂ ਜੀ ਕੋਲੋਂ ਆਗਿਆ ਹਾਸਲ ਕਰਕੇ ਭਾਈ ਜੋਗਾ ਸਿੰਘ ਆਪਣੇ ਘਰ ਨੂੰ ਤੁਰ ਪਿਆ। ਗੁਰੂ ਜੀ ਨੇ ਭਾਈ ਜੋਗਾ ਸਿੰਘ ਦੀ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਕਿ ਵੇਖੀਏ ਇਹ ਕਿੰਨਾ ਕੁ ਆਗਿਆਕਾਰੀ ਹੈ। ਆਪ ਨੇ ਭਾਈ ਜੋਗਾ ਸਿੰਘ ਦੇ ਮਗਰ ਇੱਕ ਸਿੱਖ ਤੋਰ ਦਿੱਤਾ। ਉਸ ਨੂੰ ਆਪ ਨੇ ਇੱਕ ਹੁਕਮਨਾਮਾ ਦਿੱਤਾ। ਇਹ ਹੁਕਮਨਾਮਾ ਭਾਈ ਜੋਗਾ ਸਿੰਘ ਦੇ ਨਾਮ ਸੀ। ਇਸ ਸਿੱਖ ਨੂੰ ਹੁਕਮ ਹੋਇਆ ਕਿ ਜਦ ਭਾਈ ਜੋਗਾ ਸਿੰਘ ਪਹਿਲੀ ਲਾਂਭ ਲੈ ਚੁੱਕੇ ਤਾਂ ਇਹ ਹੁਕਮਨਾਮਾ ਉਸ ਨੂੰ ਦਿੱਤਾ ਜਾਵੇ। ਉੱਧਰ ਜਦੋਂ ਭਾਈ ਜੋਗਾ ਸਿੰਘ ਪਿਸ਼ਾਵਰ ਪਹੁੰਚਿਆ
ਪੁੱਤਰ ਨੂੰ ਘਰ ਆਇਆ ਦੇਖ ਕੇ ਮਾਂ-ਬਾਪ ਬਹੁਤ ਖੁਸ਼ ਹੋਏ। ਰਿਸ਼ਤੇਦਾਰ ਵੀ ਮਿਲੇ। ਛੇਤੀ ਹੀ ਵਿਆਹ ਦੀ ਤਿਆਰੀ ਕਰ ਦਿੱਤੀ। ਆਨੰਦ ਕਾਰਜ ਦਾ ਸਮਾਂ ਮਿੱਥ ਲਿਆ ਗਿਆ ਅਤੇ ਸਾਰੇ ਰਿਸ਼ਤੇਦਾਰ ਵੀ ਸੱਦੇ ਗਏ। ਖੁਸ਼ੀਆਂ ਨਾਲ ਸਾਜੋ ਸਮਾਨ ਇਕੱਠਾ ਕੀਤਾ ਗਿਆ। ਉਸੇ ਸ਼ਹਿਰ ਵਿੱਚ ਇਹ ਵਿਆਹ ਹੋਣਾ ਸੀ। ਬਰਾਤ ਤਿਆਰ ਹੋਈ। ਭਾਈ ਜੋਗੇ ਸਿੰਘ ਨੂੰ ਸੋਹਣਾ ਚੋਲਾ ਪਵਾ ਕੇ ਸਿਰ ਤੇ ਸਿਹਰੇ ਬਣ ਕੇ ਨਿਗਰ ਬਣਾਇਆ। ਘੋੜੀ ਉੱਤੇ ਚਾੜ ਕੇ ਲਾੜਾ ਵਿਆਹੁਣ ਚੱਲਿਆ। ਆਤਿਸ਼ਬਾਜ਼ੀ ਤੇ ਵਾਜਿਆਂ ਦੀ ਆਵਾਜ਼ ਵਿੱਚ ਬਰਾਤ ਅਗਲੇ ਘਰ ਪਹੁੰਚੀ। ਪਿਆਰ ਤੇ ਰੀਝ ਚਾਹ ਨਾਲ ਸਤਿਕਾਰ ਹੋਇਆ। ਅਗਲੇ ਭਲਕ ਤੜਕੇ ਹੀ ਲਾਵਾਂ ਫੇਰਿਆਂ ਦਾ ਸਮਾਂ ਸੀ। ਆਸਣ ਵਿਛਾ ਕੇ ਲਾੜੇ ਲਾੜੀ ਨੂੰ ਬਿਠਾਇਆ ਗਿਆ। ਗੁਰੂ ਯਸ ਕਰਨ ਵਾਲੇ ਰਾਗੀਆਂ ਨੇ ਕੀਰਤਨ ਕੀਤਾ ਤੇ ਲਾਵਾਂ ਪੜ੍ਹਨੀਆਂ ਸ਼ੁਰੂ ਹੋਈਆਂ। ਪਹਿਲੀ ਲਾਮ ਪੜ੍ਹੀ ਗਈ। ਦੂਸਰੀ ਪੜ੍ਹਨੀ ਸ਼ੁਰੂ ਹੋਈ। ਦੂਸਰੀ ਲਾਮ ਦੀ ਅੰਤਮ ਤੁਕ ਅਜੇ ਭਾਈ ਜੀ ਦੇ ਬੁੱਲ੍ਹਾਂ ਉੱਤੇ ਸੀ। ਲਾੜੇ ਨੇ ਮੱਥਾ ਟੇਕਿਆ। ਲਾੜੀ ਅਜੇ ਮੱਥਾ ਟੇਕ ਰਹੀ ਸੀ ਕਿ ਉਸ ਸਿੱਖ ਨੇ ਗੁਰੂ ਜੀ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਦੇ ਹੱਥ ਫੜਾਇਆ। ਹੁਕਮਨਾਮੇ ਵਿੱਚ ਹੁਕਮ ਲਿਖਿਆ ਸੀ, ਭਾਈ ਜੋਗਾ ਸਿੰਘ, ਜਿਸ ਵੇਲੇ ਸਾਡਾ ਹੁਕਮ ਜਾਵੇ ਉਸੇ ਵੇਲੇ ਤੁਰ ਪੈਣਾ, ਭਾਵੇਂ ਸੁੱਤਾ ਹੋਵੇ ਜਾਂ ਜਾਗਦਾ, ਰੋਟੀ ਖਾਂਦਾ ਹੋਵੇ ਜਾਂ ਭੁੱਖਾ, ਕੋਈ ਵੀ ਕੰਮ ਹੋਵੇ ਉਸ ਨੂੰ ਵਿਚਾਲੇ ਛੱਡ ਕੇ ਤੁਰ ਆਉਣਾ। ਭਾਈ ਜੋਗੇ ਸਿੰਘ ਨੇ ਗੁਰੂ ਜੀ ਦਾ ਹੁਕਮ ਪੜ੍ਹਿਆ, ਝੱਟ ਤਿਆਰ ਹੋ ਗਿਆ। ਮੈਂ ਚੱਲਿਆ ਹਾਂ, ਮੈਂ ਨਹੀਂ ਰੁਕ ਸਕਦਾ, ਮੇਰੇ ਗੁਰੂ ਜੀ ਦਾ ਹੁਕਮ ਹੈ। ਮਾਂ-ਬਾਪ, ਭੈਣ ਭਾਈ, ਰਿਸ਼ਤੇਦਾਰ, ਸਹੁਰੇ ਤੇ ਰਾਗੀ ਵਿਦਵਾਨ ਸਾਰੇ ਰੋਕ ਰਹੇ ਸਨ ਕਿ ਹੋਰ 5 ਮਿੰਟ ਲੱਗਣਗੇ, ਅਰਦਾਸ ਪਿੱਛੋਂ ਚਲੇ ਜਾਣਾ, ਐਨੀ ਦੇਰ ਵਿੱਚ ਗੁਰੂ ਨਾਰਾਜ਼ ਨਹੀਂ ਹੋ ਜਾਂਦੇ। ਪਰ ਭਾਈ ਜੋਗਾ ਸਿੰਘ ਨਾ ਰੁਕਿਆ। ਆਖਰ ਭਾਈ ਜੀ ਤੇ ਘਰਦਿਆਂ ਨੇ ਉਸ ਦਾ ਪਰਨਾ ਖੋਹ ਲਿਆ। ਉਸੇ ਨਾਲ ਬਾਕੀ ਦੀਆਂ ਲਾਵਾਂ ਪੜ੍ਹ ਕੇ ਵਿਆਹ ਦੀ ਰਸਮ ਨੂੰ ਪੂਰਾ ਕੀਤਾ। ਭਾਈ ਜੋਗਾ ਸਿੰਘ ਐਨੇ ਨੂੰ ਪਿਸ਼ਾਵਰ ਦੀਆਂ ਬਾਹਰੀਆਂ ਆਬਾਦੀਆਂ ਵੀ ਟੱਪ ਚੁੱਕਾ ਸੀ। ਉਹ ਹਿਰਨ ਵਾਂਗ ਚੁੰਗੀਆਂ ਮਾਰਦਾ ਹੋਇਆ ਸ਼੍ਰੀ ਅਨੰਦਪੁਰ ਜਾ ਰਿਹਾ ਸੀ। ਪਿਸ਼ੌਰ ਤੋਂ ਚੱਲ ਕੇ ਰਾਵਲਪਿੰਡੀ, ਰਾਵਲਪਿੰਡੀ ਤੋਂ ਲਾਹੌਰ ਅਤੇ ਲਾਹੌਰੋਂ ਭਾਈ ਜੋਗਾ ਸਿੰਘ ਸ਼੍ਰੀ ਅੰਮ੍ਰਿਤਸਰ ਅੱਪੜਿਆ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫਿਰ ਰਾਹੇ ਪੈ ਤੁਰਿਆ। ਤੁਰੇ ਜਾਂਦਿਆਂ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਕਿੰਨਾ ਆਗਿਆਕਾਰੀ ਹਾਂ। ਹੋਰ ਕੋਈ ਵਿਰਲਾ ਹੀ ਅਜਿਹਾ ਸਿੱਖ ਹੋਵੇਗਾ ਜਿਹੜਾ ਮੇਰੇ ਵਾਂਗ ਲਾਵਾਂ ਵਿੱਚੇ ਛੱਡ ਕੇ ਇਸ ਤਰ੍ਹਾਂ ਤੁਰ ਪਵੇ। ਇਸ ਤਰ੍ਹਾਂ ਭਾਈ ਸਾਹਿਬ ਦੇ ਮਨ ਵਿੱਚ ਹੰਕਾਰ ਹੋ ਗਿਆ। ਹੁਸ਼ਿਆਰਪੁਰ ਪਹੁੰਚ ਕੇ ਰਾਤ ਸਮੇਂ ਭੁਲੇਖੇ ਨਾਲ ਜਿਸ ਬਾਜ਼ਾਰ ਦੇ ਵਿੱਚ ਦੀ ਭਾਈ ਜੋਗਾ ਸਿੰਘ ਲੰਘਣ ਲੱਗਾ, ਉਹ ਵੇਸ਼ਵਾਵਾਂ ਦਾ ਬਾਜ਼ਾਰ ਸੀ। ਬਾਜ਼ਾਰ ਦੀ ਇੱਕ ਬੈਠਕ ਦੀ ਬਾਰੀ ਵਿੱਚ ਇੱਕ ਸੁੰਦਰ ਵੇਸ਼ਵਾ ਬੈਠੀ ਸੀ। ਉਹ ਤੁਰੇ ਜਾਂਦੇ ਮਰਦਾਂ ਵੱਲ ਦੇਖਦੀ ਸੀ। ਭਾਈ ਜੋਗਾ ਸਿੰਘ ਲੰਘਿਆ ਤਾਂ ਇਸ ਵੱਲ ਵੀ ਉਸਨੇ ਦੇਖਿਆ। ਅੱਖਾਂ ਵਿੱਚ ਅੱਖਾਂ ਪਾ ਕੇ ਹੱਥ ਨਾਲ ਇਸ਼ਾਰਾ ਕੀਤਾ। ਭਾਈ ਜੋਗਾ ਸਿੰਘ ਉਹਦੇ ਨੈਣਾਂ ਦੇ ਜਾਲ ਵਿੱਚ ਫਸ ਗਿਆ। ਉਸ ਦੇ ਇਸ਼ਾਰੇ ਉੱਤੇ ਅਟਕ ਗਿਆ। ਪੈਰ ਅੱਗੇ ਨਾ ਤੁਰੇ। ਅੱਖਾਂ ਪਾੜ-ਪਾੜ ਉਸ ਸੁੰਦਰੀ ਵੱਲ ਦੇਖਣ ਲੱਗ ਪਿਆ। ਪਰ ਛੇਤੀ ਹੀ ਖਿਆਲ ਆ ਗਿਆ ਕਿ ਉਹ ਗੁਰੂ ਦਾ ਸਿੱਖ ਹੈ। ਉਸ ਦੇ ਤੇੜ, ਕਛਹਿਰਾ, ਹੱਥ ਕੜਾ ਤੇ ਸਿਰ ਉੱਤੇ ਦਸਤਾਰ ਹੈ। ਕੋਈ ਉਸ ਨੂੰ ਵੇਖੇਗਾ ਤਾਂ ਕੀ ਆਖੇਗਾ। ਇਹ ਵਿਚਾਰ ਕੇ ਕੁਝ ਸ਼ਰਮਿੰਦਾ ਜਿਹਾ ਹੋਇਆ 10 ਕਦਮ ਅੱਗੇ ਹੋ ਗਿਆ। ਅੱਗੇ ਜਾ ਕੇ ਫਿਰ ਖਲੋ ਗਿਆ। ਉਸ ਸੁੰਦਰੀ ਦਾ ਚਿੱਤਰ ਅੱਖਾਂ ਵਿੱਚ ਸੀ। ਸੁਪਨੇ ਦੀ ਤਰ੍ਹਾਂ ਉਸ ਨੂੰ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਸੀ। ਭਾਈ ਜੋਗਾ ਸਿੰਘ ਫਿਰ ਰੁਕ ਗਿਆ। ਸੂਰਜ ਦੀ ਰੋਸ਼ਨੀ ਵਿੱਚ ਉਹ ਵੇਸ਼ਵਾ ਦੀ ਬੈਠਕ ਉੱਤੇ ਕਿਵੇਂ ਜਾਵੇ? ਲੋਕ ਉਸ ਨੂੰ ਕੀ ਆਖਣਗੇ? ਉਸ ਨੂੰ ਗੁਰੂ ਤੇ ਗੁਰੂ ਦਾ ਹੁਕਮਨਾਮਾ ਭੁੱਲ ਗਿਆ। ਭਾਈ ਜੋਗਾ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਰਸਤਾ ਭੁੱਲ ਗਿਆ। ਉਹ ਸ਼ਹਿਰੋਂ ਬਾਹਰ ਜਾ ਬੈਠਾ, ਇਸ ਉਡੀਕ ਵਿੱਚ ਕਿ ਹਨੇਰਾ ਹੋਣ ਉੱਤੇ ਉਹ ਵੈਸ਼ਵਾ ਦੀ ਬੈਠਕ ਉੱਤੇ ਜ਼ਰੂਰ ਜਾਵੇਗਾ, ਉਸ ਰੂਪਵਤੀ ਨੂੰ ਜ਼ਰੂਰ ਮਿਲੇਗਾ। ਗੁਰੂ ਦਾ ਸਿੰਘ ਡੋਲ ਗਿਆ। ਉੱਧਰ ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਆਪ ਜਾਨੀ ਜਾਨ ਸਨ। ਉਹ ਸ਼੍ਰੀ ਅਨੰਦਪੁਰ ਸਾਹਿਬ ਬੈਠੇ ਹੀ ਜਾਣਗੇ ਕਿ ਸਾਡੇ ਸਿੱਖ ਨਾਲ ਕੀ ਭਾਣਾ ਵਰਤਣ ਲੱਗਾ ਹੈ। ਉਹ ਆਪ ਰੱਬ ਦਾ ਰੂਪ ਸਨ। ਆਪ ਜੋ ਚਾਹੁਣ ਕਰ ਸਕਦੇ ਸਨ। ਆਪ ਆਪਣੀ ਖਾਸ ਸ਼ਕਤੀ ਵਰਤ ਕੇ ਝੱਟ ਹੁਸ਼ਿਆਰਪੁਰ ਪਹੁੰਚ ਗਏ। ਆਪ ਨੇ ਇੱਕ ਚੌਬਦਾਰ ਦਾ ਰੂਪ ਧਾਰ ਲਿਆ ਅਤੇ ਵੇਸ਼ਵਾ ਦੇ ਦਰਵਾਜ਼ੇ ਉੱਤੇ ਪਹਿਰਾ ਦੇਣ ਲਈ ਖੜੇ ਹੋ ਗਏ। ਜਦੋਂ ਭਾਈ ਜੋਗਾ ਸਿੰਘ ਜੀ ਵੇਸ਼ਵਾ ਦੇ ਮਕਾਨ ਵੱਲ ਗਏ, ਬੂਹੇ ਅੱਗੇ ਪਹਿਰੇਦਾਰ ਖੜਾ ਵੇਖ ਕੇ ਮੁੜ ਆਏ। ਉਸ ਨੂੰ ਖਿਆਲ ਆਇਆ ਕਿ ਵੇਸ਼ਵਾ ਪਾਸ ਇਸ ਪਹਿਰੇਦਾਰ ਦਾ ਮਾਲਕ ਗਿਆ ਹੋਣਾ ਹੈ। ਜਦ ਉਹ ਚਲਾ ਜਾਵੇਗਾ ਤਾਂ ਪਹਿਰੇਦਾਰ ਵੀ ਚਲਾ ਜਾਵੇਗਾ। ਮੈਂ ਫੇਰ ਅੰਦਰ ਚਲਾ ਜਾਵਾਂਗਾ। ਭਾਈ ਜੋਗਾ ਸਿੰਘ ਨੇ ਰਾਤ ਵਿੱਚ 3-4 ਫੇਰੇ ਮਾਰੇ। ਹਰ ਵਾਰ ਪਹਿਰੇਦਾਰ ਉਸੇ ਤਰ੍ਹਾਂ ਖਲੋਤਾ ਹੋਵੇ। ਇਸ ਤਰ੍ਹਾਂ ਜਾਗਦਿਆਂ ਤੇ ਫੇਰੇ ਮਾਰਦਿਆਂ ਰਾਤ ਬੀਤ ਗਈ। ਦਿਨ ਦੀ ਲੋ ਲੱਗ ਗਈ। ਭਾਈ ਜੋਗਾ ਸਿੰਘ ਗੁੱਸਾ ਖਾ ਕੇ ਉੱਠਿਆ। ਉਸਨੇ ਫੈਸਲਾ ਕੀਤਾ ਕਿ ਮੱਲੋ ਮੱਲੀ ਬੈਠਕ ਉੱਤੇ ਚੜ੍ਹ ਜਾਵੇਗਾ। ਜੋਸ਼ ਨਾਲ ਅੱਗੇ ਵਧਿਆ। ਸਿੱਧਾ ਪੌੜੀਆਂ ਨੂੰ ਹੋਇਆ। ਜਦੋਂ ਪਹਿਲੀ ਪੌੜੀ ਉੱਤੇ ਪੈਰ ਰੱਖਿਆ ਤਾਂ ਪਹਿਰੇਦਾਰ ਨੇ ਉਸ ਨੂੰ ਫੜ ਕੇ ਪਿੱਛੇ ਕਰ ਲਿਆ। ਪਹਿਰੇਦਾਰ ਕ੍ਰੋਧ ਨਾਲ ਬੋਲਿਆ, ਗੁਰਸਿੱਖਾ, ਆਪਣੇ ਆਪ ਵੱਲ ਵੇਖ। ਤੇਰੇ ਤੇੜ ਕਛਹਿਰਾ ਹੈ, ਕੜਾ ਹੱਥ ਵਿੱਚ ਹੈ। ਤੂੰ ਗੁਰੂ ਦਾ ਸਿੱਖ ਜਾਪਦਾ ਹੈ, ਪਰ ਸਾਰੀ ਰਾਤ ਵੇਸ਼ਵਾ ਦੀ ਬੈਠਕ ਵੱਲ ਦੇਖਦਿਆਂ ਗੁਜ਼ਾਰ ਛੱਡੀ ਹੈ। ਕਿ ਤੂੰ ਭੇਖੀ ਸਿੱਖ ਹੈ? ਅੰਮ੍ਰਿਤ ਵੇਲਾ ਇਸਤਰੀਆਂ ਪਿੱਛੇ ਫਿਰਨ ਦਾ ਹੈ ਜਾਂ ਭਜਨ ਕੀਰਤਨ ਕਰਨ ਦਾ? ਭੁੱਲੇ ਹੋਏ ਜੋਗੇ ਸਿੰਘ ਨੂੰ ਹੋਸ਼ ਆ ਗਈ। ਉਸ ਦੀ ਨੀਂਦਰ ਖੁੱਲ੍ਹ ਗਈ। ਉਹ ਬਹੁਤ ਸ਼ਰਮਿੰਦਾ ਹੋਇਆ। ਉਸ ਨੂੰ ਆਪਣੇ ਗੁਰੂ ਦਾ ਹੁਕਮਨਾਮਾ ਚੇਤੇ ਆ ਗਿਆ। ਦਿਲ ਹਿੱਲ ਗਿਆ। ਲੱਤਾਂ ਪੈਰ ਕੰਬਣ ਲੱਗੇ। ਆਪਣੇ ਆਪ ਉੱਤੇ ਉਸ ਨੂੰ ਬਹੁਤ ਕ੍ਰੋਧ ਆਇਆ। ਉਸਨੇ ਆਪਣੇ ਆਪ ਨੂੰ ਲਾਹਨਤਾਂ ਪਾਈਆਂ। ਉਸ ਦਾ ਹੰਕਾਰ ਟੁੱਟ ਗਿਆ। ਉਸਨੇ ਆਪਣੇ ਆਪ ਨੂੰ ਕਿਹਾ, ਤੂੰ ਤਾਂ ਹੰਕਾਰ ਕੀਤਾ ਸੀ ਕਿ ਮੇਰੇ ਵਰਗਾ ਪੱਕਾ ਸਿੱਖ ਕੋਈ ਵਿਰਲਾ ਹੀ ਹੋਵੇਗਾ। ਇਹ ਕੀ ਕਰਨ ਲੱਗਾ ਸੀ? ਮਨ ਨੂੰ ਫਿਟਕਾਰਦੇ ਅਤੇ ਪਛਤਾਵਾ ਕਰਦੇ ਭਾਈ ਜੋਗਾ ਸਿੰਘ ਅਗਲੇ ਦਿਨ ਅਨੰਦਪੁਰ ਸਾਹਿਬ ਪਹੁੰਚ ਗਿਆ। ਦੂਸਰੇ ਦਿਨ ਜਦ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ, ਗੁਰੂ ਜੀ ਨੇ ਹੱਸ ਕੇ ਸੰਗਤਾਂ ਨੂੰ ਕਿਹਾ, ਵੇਖੋ, ਜੋਗਾ ਸਿੰਘ ਆਪਣਾ ਵਿਆਹ ਵਿੱਚੇ ਹੀ ਛੱਡ ਕੇ ਆ ਗਿਆ ਹੈ। ਇਹ ਬੜਾ ਸਿੱਦਕੀ ਸਿੱਖ ਹੈ। ਇਹ ਗੱਲ ਕਰਕੇ ਗੁਰੂ ਜੀ ਖਿੜਖੜਾ ਕੇ ਹੱਸ ਪਏ। ਜਦੋਂ ਸੰਗਤਾਂ ਨੇ ਹਾਸੇ ਦਾ ਆਪ ਜੀ ਤੋਂ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ, ਇਸ ਨੂੰ ਹੀ ਪੁੱਛ ਲਵੋ ਜਿਸ ਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਵੇਸ਼ਵਾ ਦੇ ਦੁਆਰੇ ਅੱਗੇ ਪਹਿਰੇਦਾਰ ਬਣ ਕੇ ਇਸ ਦੀ ਖਾਤਰ ਸਾਨੂੰ ਚੌਬਦਾਰ ਬਣ ਕੇ ਖੜੇ ਰਹਿਣਾ ਪਿਆ। ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਜੋਗਾ ਸਿੰਘ ਆਪ ਜੀ ਦੇ ਚਰਨਾਂ 'ਤੇ ਢਹਿ ਪਿਆ। ਭਾਈ ਜੀ ਦੇ ਨੈਣਾਂ ਵਿੱਚੋਂ ਜਲ ਵਹਿ ਪਿਆ। ਚਰਨਾਂ ਉੱਤੇ ਸ਼ੀਸ਼ ਰੱਖ ਕੇ ਰੋਈ ਜਾਂਦਾ ਸੀ। ਕਹਿਣ ਲੱਗਾ, ਦਾਤਾ ਜੀ, ਆਪ ਘੱਟ ਦੀ ਜਾਣਨਹਾਰ ਹੋ। ਮੈਂ ਪਾਪੀ ਬੰਦਾ ਭੁੱਲ ਗਿਆ। ਆਪ ਦੀ ਮਿਹਰ ਦਾ ਹੱਥ ਮੇਰੇ ਸਿਰ ਉੱਤੇ ਸੀ, ਜਿਸ ਕਰਕੇ ਮੈਂ ਪਾਪ ਕਰਨ ਤੋਂ ਬਚ ਗਿਆ। ਮੈਨੂੰ ਖਿਮਾ ਬਖਸ਼ੋ ਜੀ। ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਉਸ ਦੀ ਭੁੱਲ ਬਖਸ਼ ਕੇ ਕਿਹਾ ਕਿ ਜਾਓ, ਹੁਣ ਆਪਣੇ ਘਰ ਜਾ ਕੇ ਗ੍ਰਸਤ ਦੇ ਸੁੱਖ ਭੋਗੋ ਅਤੇ ਸਿੱਖੀ ਸਿਦਕ ਨਿਭਾ ਕੇ ਆਪਣਾ ਜੀਵਨ ਸਫਲਾ ਕਰੋ। ਆਗਿਆ ਪ੍ਰਾਪਤ ਕਰਕੇ ਭਾਈ ਜੋਗਾ ਸਿੰਘ ਆਪਣੇ ਘਰ ਪਿਸ਼ੌਰ ਚਲਾ ਗਿਆ ਅਤੇ ਗੁਰੂ ਚਰਨਾਂ ਦੇ ਧਿਆਨ ਵਿੱਚ ਆਪਣਾ ਜੀਵਨ ਬਤੀਤ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਗਿਆ। ਭਾਈ ਜੋਗਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਹੋਏ ਹਨ। ਉਹਨਾਂ ਦੀ ਯਾਦ ਵਿੱਚ ਹੁਸ਼ਿਆਰਪੁਰ ਵਿੱਚ ਸ੍ਰੀ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਬਣਿਆ ਹੈ। ਸੋ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।